ਸਰਨਾਮਾ ਹੈ ਇੱਕ ਕੁੜੀ। ਉਹਦੇ ਪੈਰ ਜੁੱਤੀ ਨਾਲੋਂ ਵੀ ਗੰਦੇ ਸਨ। ਉਹ ਮੈਨੂੰ ਚੇਰਿੰਗ ਕਰਾਸ ਦੇ ਕੋਲ ਬਣੇ ਇੱਕ ਨਿੱਕੇ ਜਿਹੇ ਪਾਰਕ ਵਿੱਚ ਮਿਲੀ। ਪਾਰਕ ਵਿੱਚ ਕੁਰਾਨੇ ਪਾਕ ਰੱਖਿਆ ਗਿਆ ਸੀ ਤੇ ਉਹ ਕੁਰਾਨੇ ਪਾਕ ਵੇਖਣ ਲਈ ਪੌੜੀਆਂ ਚੜ੍ਹਦੀ ਪਈ ਸੀ। ਮੇਰੀ ਨਜ਼ਰ ਉਹਦੇ ਪੈਰਾਂ ਤੇ ਪਈ। ਟ੍ਰੈਫਿਕ ਸਿਗਨਲ ਬੰਦ ਸੀ। ਮੈਂ ਆਪਣੀ ਬਾਈਕ ਤੇ ਬੈਠਾ ਉਹਦੇ ਪੈਰਾਂ ਵੱਲ ਵੇਖਦਿਆਂ ਹੋਇਆਂ ਉਹਦੀਆਂ ਅੱਖਾਂ ਨੂੰ ਵੇਖਿਆ। ਟ੍ਰੈਫਿਕ ਸਿਗਨਲ ਖੁੱਲ੍ਹ ਗਿਆ। ਬਹੁਤ ਜ਼ਿਆਦਾ ਟ੍ਰੈਫਿਕ ਦਾ ਸ਼ੋਰ। ਮੈਂ ਆਪਣੀ ਬਾਈਕ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਉਂ ਕਚਰਾ ਆ ਗਿਆ ਹੋਵੇ। ਬਾਈਕ ਸਟਾਰਟ ਨਾ ਹੋਈ ਤੇ ਮੈਂ ਪੈਦਲ ਟੁਰ ਕੇ ਸੜਕ ਪਾਰ ਕਰਨ ਲੱਗ ਪਿਆ। ਹੁਣ ਮੈਂ ਗੰਦੇ ਪੈਰਾਂ ਵਾਲੀ ਕੁੜੀ ਦੇ ਸਾਹਮਣੇ ਵਾਲੀ ਸੜਕ ਤੇ ਖਲੋਤਾ ਸਾਂ ਤੇ ਉਹ ਚਬੂਤਰੇ ਤੇ ਪਏ ਕੁਰਾਨੇ ਪਾਕ ਨੂੰ ਵੇਖ ਰਹੀ। ਮੈਂ ਉਹਨੂੰ ਵੇਖ ਰਿਹਾ ਸਾਂ। 12 ਕੁ ਸਾਲ ਦੀ ਪੇਂਡੂ ਕੁੜੀ, ਗਾੜੇ ਨੀਲੇ ਰੰਗ ਦੀ ਸ਼ਲਵਾਰ ਕਮੀਜ਼ ਤੇ ਸਬਜ਼ ਦੁਪੱਟਾ ਲਿਆ ਹੋਇਆ, ਵਾਲ ਖਿਲਰੇ ਹੋਏ ਤੇ ਘੱਟੇ ਨਾਲ ਲੱਦੇ ਹੋਏ ਸਨ। ਮੈਂ ਪਲੱਗ ਸਾਫ਼ ਕਰਨ ਲੱਗ ਪਿਆ। ਪਲੱਗ ਸਾਫ਼ ਕਰਕੇ ਮੈਂ ਕਿੱਕ ਮਾਰੀ ਤੇ ਬਾਈਕ ਸਟਾਰਟ ਕੀਤੀ। ਉੱਥੋਂ ਟੁਰਨ ਤੋਂ ਪਹਿਲਾਂ ਮੈਂ ਵੇਖਿਆ ਉਹਦੇ ਨਾਲ ਇੱਕ ਨਿੱਕੀ ਜਿਹੀ ਬਾਲੜੀ ਵੀ ਸੀ। ਦੋਵੇਂ ਨੰਗੇ ਪੈਰੀ ਸਨ। ਛੋਟੀ ਨੰਗੇ ਸਿਰ ਵੀ ਸੀ। ਦੋਵੇਂ ਡੋਰ ਭੋਰੀਆਂ ਬਿਟਰ ਬਿਟਰ ਸੜਕਾਂ ਵੱਲ, ਗੱਡੀਆਂ ਵੱਲ ਤੇ ਕਦੇ ਕਦੇ ਕੁਰਾਨ ਪਾਕ ਵੱਲ ਵੇਖ ਰਹੀਆਂ ਸਨ। ਮੈਂ ਬਾਈਕ ਨੂੰ ਕੁਝ ਪਲ ਸਟਾਰਟ ਰੱਖਿਆ ਤੇ ਫਿਰ ਉੱਥੋਂ ਟੁਰ ਆਇਆ। ਆਉਂਦਿਆਂ ਹੀ ਕੰਪਿਊਟਰ ਔਨ ਕੀਤਾ ਤੇ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਲੱਗ ਗਿਆ। ਉਹ ਕੁਝ ਦੇਰ ਬਾਅਦ ਚਲਾ ਗਿਆ ਤੇ ਮੈਂ ਐਵੇਂ ਮੁਖਤਲਿਫ ਲੋਕਾਂ ਨੂੰ ਚੈਟ ਕਰਨ ਦੇ ਪੈਗਾਮ ਭੇਜਣਾ ਸ਼ੁਰੂ ਕੀਤੇ। ਬੜੇ ਲੋਕਾਂ ਨੇ ਮੈਨੂੰ ਜਵਾਬ ਹੀ ਨਾ ਦਿੱਤਾ। ਜਿਨ੍ਹਾਂ ਨੇ ਜਵਾਬ ਦਿੱਤਾ ਉਹਨੂੰ ਜਦੋਂ ਪਤਾ ਚੱਲਿਆ ਕਿ ਮੈਂ ਵੀ ਮਰਦ ਹਾਂ ਤੇ ਚੁੱਪ ਕਰ ਗਏ। ਮੈਂ ਕੁਝ ਪਲ ਗੰਦੇ ਪੈਰਾਂ ਵਾਲੀ ਕੁੜੀ ਬਾਰੇ ਸੋਚਣ ਲੱਗਾ ਤੇ ਮੈਨੂੰ ਇੰਜ ਲੱਗਾ ਜਿਵੇਂ ਉਹ ਗੰਦੇ ਪੈਰ ਮੈਨੂੰ ਲੱਗ ਗਏ ਨੇ। ਕੰਪਿਊਟਰ ਉੱਤੇ ਕਿਸੇ ਨੇ ਮੈਨੂੰ ਹਾਈ ਕਿਹਾ। ਮੈਂ ਖੁਸ਼ ਹੋਇਆ ਤੇ ਹੈਰਾਨ ਵੀ। ਮੈਂ ਏਜ, ਸੈਕਸ ਤੇ ਲੈਂਡ ਪੁੱਛਿਆ। ਜਵਾਬ ਮਿਲਿਆ ਉਹ 30 ਸਾਲ ਦੀ ਇੱਕ ਜ਼ਨਾਨੀ ਜਿਹਦਾ ਤਾਲੁਕ ਲੰਦਨ ਨਾਲ। ਉਹਨੇ ਮੈਨੂੰ ਆਪਣਾ ਨਾਂ ਇਸ ਸ਼ਰਤ ਤੇ ਦੱਸਣ ਦਾ ਫੈਸਲਾ ਕੀਤਾ ਜੇ ਮੈਂ ਉਹਨੂੰ ਆਪਣੇ ਬਾਰੇ ਕੁਝ ਦੱਸਾਂ। ਮੈਂ ਆਪਣੇ ਬਾਰੇ ਦੱਸਿਆ ਤੇ ਉਹਨੇ ਆਪਣੇ ਨਾਂ ਲੀਜ਼ਾ ਦੱਸਿਆ। ਉਹਦੀ ਅੰਗਰੇਜ਼ੀ ਬਹੁਤ ਆਲਾ ਸੀ। ਬੜੀ ਤੇਜ਼ੀ ਨਾਲ ਅਸੀਂ ਚੈਟਿੰਗ ਕਰ ਰਹੇ ਸਾਂ। ਮੈਂ ਬਿਨਾਂ ਸੋਚੇ ਸਮਝੇ ਉਹਦੇ ਸਵਾਲਾਂ ਦਾ ਜਵਾਬ ਦੇਈ ਜਾਂਦਾ ਤੇ ਕਦੇ ਆਪ ਵੀ ਸਵਾਲ ਕਰ ਛੱਡਦਾ। ਤੂੰ ਕਦੇ ਪਿਆਰ ਕੀਤਾ ਹੈ? ਲੀਜ਼ਾ ਪੁੱਛਣ ਲੱਗੀ। ਹਾਂ, ਬਹੁਤ ਵਾਰੀ, ਬਹੁਤ ਸਾਰਿਆਂ ਨੂੰ, ਪਰ ਹੁਣ ਤੇ ਮੇਰੇ ਆਪਣੇ 2 ਬੱਚੇ ਨੇ। ਮੈਂ ਜਵਾਬ ਦਿੱਤਾ। ਪਤਾ ਨਹੀਂ ਉਹਨੇ ਕਿਉਂ ਮੇਰੇ ਕੋਲ ਇੱਕ ਰਵਾਇਤੀ ਜਿਹਾ ਸਵਾਲ ਪੁੱਛ ਲਿਆ। ਕਿੰਨੀ ਦੇਰ ਉਹਦੇ ਵੱਲੋਂ ਕੋਈ ਜਵਾਬ ਨਾ ਆਇਆ। ਮੈਂ ਇੰਤਜ਼ਾਰ ਵੀ ਕਰਦਾ ਰਿਹਾ। ਤੂੰ ਖੁਦਾ ਨੂੰ ਮੰਨਦਾ ਹੈ? ਬੜੀ ਦੇਰ ਬਾਅਦ ਲੀਜ਼ਾ ਨੇ ਆਖਿਆ। ਹੁਣ ਮੈਂ ਉਹਨੂੰ ਕਿੰਨੀ ਦੇਰ ਕੋਈ ਜਵਾਬ ਨਾ ਦੇ ਸਕਿਆ। ਮੈਂ ਆਪਣੀ ਜੌਬ ਤੇ ਜਾ ਰਹੀ ਹਾਂ। ਕੀ ਤੂੰ ਮੈਨੂੰ ਆਪਣਾ ਈਮੇਲ ਪਤਾ ਦੇ ਸਕਣਾ? ਲੀਜ਼ਾ ਨੇ ਮੈਨੂੰ ਸਵਾਲ ਕੀਤਾ। ਦੂਜੇ ਦਿਨ ਮੈਂ ਜਦੋਂ ਆਪਣੇ ਆਫਿਸ ਤੋਂ ਵਾਪਸ ਆ ਰਿਹਾ ਸਾਂ ਤੇ ਲੀਜ਼ਾ ਬਾਰੇ ਸੋਚਦਾ, ਜਾਂਦੇ ਹੀ ਮੈਂ ਕੰਪਿਊਟਰ ਆਨ ਕੀਤਾ। ਕੰਪਿਊਟਰ ਦੇ ਸਾਹਮਣੇ ਹੀ ਦੁਪਹਿਰ ਦਾ ਖਾਣਾ ਖਾਧਾ। ਆਪਣਾ ਈਮੇਲ ਚੈੱਕ ਕੀਤਾ ਤੇ ਪਤਾ ਲੱਗਿਆ ਲੀਜ਼ਾ ਸ਼ਹਿਰੋਂ ਬਾਹਰ ਚਲੀ ਗਈ ਹੋਈ ਹੈ। 2 ਦਿਨਾਂ ਬਾਅਦੋਂ ਪਰਤੇਗੀ। ਮੈਂ ਵਸੂਲੀ ਦੀ ਮੇਲ ਕਰ ਛੱਡੀ ਤੇ ਆਪਣੇ ਕੰਮ ਵਿੱਚ ਰੁੱਝ ਗਿਆ। ਮੇਰੀ ਬੀਵੀ ਤੇ ਬੱਚੇ ਸੌਂ ਗਏ ਹੋਏ ਸਨ। ਦਰਵਾਜ਼ਾ ਖੜਕਿਆ। ਇੱਕ ਮੰਗਤਾ ਖੜਾ ਸੀ। ਉਹਦੇ ਪੈਰ ਵੀ ਗੰਦੇ ਸਨ ਤੇ ਹੱਥ ਵੀ। ਮੈਂ ਉਹਨੂੰ 1 ਰੁਪਇਆ ਦਿੱਤਾ। ਅਗਲੇ ਦਿਨ ਰਾਤ ਨੂੰ ਜਦੋਂ ਮੈਂ ਆਪਣੀ ਬੀਵੀ ਨਾਲ ਆਈਸਕ੍ਰੀਮ ਖਾਣ ਗਿਆ ਤੇ ਮੈਨੂੰ ਗੰਦੇ ਪੈਰਾਂ ਵਾਲੀ ਕੁੜੀ ਵਿਖਾਲੀ ਦਿੱਤੀ। ਹੁਣ ਉਹਦੇ ਨਾਲ ਕੋਈ ਵੀ ਨਹੀਂ ਸੀ। ਉਹਦੇ ਪਾਏ ਹੋਏ ਲੀੜੇ ਹੋਰ ਵੀ ਮੈਲ ਨਾਲ ਭਰੇ ਹੋਏ ਸਨ ਤੇ ਉਹ ਅਜੇ ਵੀ ਲੋਕਾਂ ਵੱਲ ਬਿਟਰ ਬਿਟਰ ਤੱਕ ਰਹੀ। ਦੂਜੇ ਦਿਨ ਉਹ ਵੀ ਗੰਦੇ ਕੱਪੜਿਆਂ ਤੇ ਪੈਰਾਂ ਵਾਲੀ ਮੈਨੂੰ ਸਵੇਰੇ ਹੀ ਮਿਲ ਗਈ। ਉਹਦੇ ਨਾਲ ਨਿੱਕੀ ਜਿਹੀ ਬਾਲੜੀ। ਦੋਵੇਂ ਇੱਕ ਪਾਸ ਵਿੱਚੋਂ ਨਿਕਲ ਰਹੀਆਂ ਸਨ। ਉੱਤਰ ਕੇ ਉਹ ਵੱਖੋ ਵੱਖ ਰਾਵਾਂ ਤੇ ਪੈ ਗਈਆਂ।
2 ਦਿਨਾਂ ਬਾਅਦ ਜਦੋਂ ਮੈਂ ਕੰਪਿਊਟਰ ਆਨ ਕੀਤਾ ਤੇ ਲੀਜ਼ਾ ਵੀ ਉਸ ਵੇਲੇ ਕੰਪਿਊਟਰ ਤੇ ਬੈਠੀ ਹੋਈ। ਉਹਨੇ ਮੈਨੂੰ ਗੁੱਡ ਈਵਨਿੰਗ ਆਖਿਆ ਤੇ ਮੈਂ ਉਹਨੂੰ ਦੱਸਿਆ ਕਿ ਇੱਥੇ ਹਾਲੇ ਦਿਨ ਨੇ। ਕਿੱਧਰ ਗਈ ਸੈਂ? ਮੈਂ ਲੀਜ਼ਾ ਨੂੰ ਸਵਾਲ ਕੀਤਾ। ਕਬਰਸਤਾਨ। ਕਬਰਸਤਾਨ? ਮੇਰਾ ਸਵਾਲ ਸੀ। ਹਾਂ, ਕਬਰਸਤਾਨ। ਉੱਥੇ ਮੇਰਾ ਪਿਆਰ ਦਫਨ। ਪਿਆਰ? ਇੱਕ ਸਵਾਲ ਮੇਰਾ ਹੋਰ ਵੱਧ ਗਿਆ। ਮੈਂ ਮੁਖਤਸਰ ਗੱਲ ਕਰ ਰਿਹਾ ਸਾਂ ਤੇ ਉਹ ਤਫਸੀਲ ਨਾਲ ਮੈਂ ਸੋਚ ਕੇ ਜਵਾਬ ਦਿੰਦਾ ਹੁੰਦਾ ਸਾਂ। ਮੈਂ ਡੋਰਸੀ ਨਾਲ ਵਿਆਹ ਕਰਨ ਵਾਲੀ ਸਾਂ ਕਿ ਉਹ ਮਰ ਗਿਆ। ਉਹ ਬਹੁਤ ਤੇਜ਼ੀ ਨਾਲ ਲਿਖਣ ਲੱਗੀ। ਮੈਂ ਉਹਨੂੰ ਡ੍ਰੀਮੀ ਕਿਡ ਕਹਿੰਦੀ ਸਾਂ। ਡ੍ਰੀਮੀ ਕਿਡ? ਖਾਬਾਂ ਵਿੱਚ ਰਹਿੰਦਾ ਸੀ ਨਾ ਉਹ, ਤੇ ਮੈਨੂੰ ਲੱਗਦਾ ਹੈ ਖਾਬਾਂ ਵਿੱਚ ਹੀ ਮਰ ਗਿਆ। ਮਰ ਗਿਆ? ਮੈਂ ਕੱਲ੍ਹ ਹੀ ਨਾਲ ਪੁੱਛਿਆ। ਕੀ ਉਹਨੂੰ ਕੋਈ ਮੋਹਲਿਕ ਬਿਮਾਰੀ ਸੀ? ਨਹੀਂ, ਇੱਕ ਲਾਈਨ ਵਿੱਚ ਉਹਨੇ ਬਸ ਇਹੀ ਲਿਖਿਆ, ਉਹਨੂੰ ਮਾਰਿਆ ਗਿਆ ਹੈ। ਕਿਵੇਂ? ਮੈਂ ਪੁੱਛਿਆ। ਉਹ ਦੱਸਣ ਲੱਗੀ, ਤੂੰ ਅਖਬਾਰ ਨਹੀਂ ਪੜ੍ਹਦਾ? ਮੈਂ ਕੋਈ ਜਵਾਬ ਨਾ ਦਿੱਤਾ ਤੇ ਉਹਨੇ ਲਿਖਿਆ, ਤੂੰ ਲੱਗਦਾ ਵਾਕਈ ਅਖਬਾਰ ਨਹੀਂ ਪੜ੍ਹਦਾ। ਲੈ ਸੁਣ, ਵਰਲਡ ਟ੍ਰੇਡ ਸੈਂਟਰ ਵਿੱਚ ਉਹ ਜੌਬ ਕਰਦਾ ਸੀ। 11 ਸਤੰਬਰ ਨੂੰ ਉਹਨੂੰ ਮਾਰ ਦਿੱਤਾ ਗਿਆ। ਮਾਰਨ ਵਾਲੇ ਇਨਸਾਨ ਨਹੀਂ ਹੁੰਦੇ, ਦਰਿੰਦੇ ਹੁੰਦੇ ਨੇ, ਕਮੀਨੇ। ਉਹ ਬਹੁਤ ਜਜ਼ਬਾਤੀ ਹੋ ਗਈ। ਮੈਂ ਸਿਰਫ ਉਹ ਗॉड ਹੀ ਲਿਖ ਸਕਿਆ। ਕਿੰਨਾ ਚਿਰ ਮੈਂ ਕੰਪਿਊਟਰ ਦੀ ਸਕਰੀਨ ਤੇ ਵੇਖਦਾ ਰਿਹਾ ਤੇ ਮੈਨੂੰ ਇੰਝ ਲੱਗਿਆ ਜਿਵੇਂ ਚੇਰਿੰਗ ਕ੍ਰਾਸ ਦੇ ਕੋਲ ਵੇਖੇ ਹੋਏ ਗੰਦੇ ਪੈਰ ਮੇਰੀ ਸਕਰੀਨ ਤੇ ਆ ਚਿੰਬੜੇ ਨੇ। ਕਿੰਨੇ ਗੰਦੇ ਤੇ ਕਾਲੇ ਪੈਰ ਸਨ। ਮੈਨੂੰ ਕਰੇਬ ਜਿਹੀ ਹੋਣ ਲੱਗ ਪਈ ਤੇ ਮੈਂ ਕੌਫੀ ਬਣਾਉਣ ਲਈ ਕਿਚਨ ਵੱਲ ਗਿਆ। ਜਦ ਵਾਪਸ ਆਇਆ ਤੇ ਲੀਜ਼ਾ ਨੇ ਲਿਖਿਆ ਹੋਇਆ ਸੀ, ਮੈਂ ਹੁਣ ਸੌਣ ਲੱਗੀ ਹਾਂ, ਬਾਕੀ ਗੱਲ ਕੱਲ ਕਰਾਂਗੀ। ਮੈਂ ਆਪਣੇ ਦੋਸਤਾਂ ਨੂੰ ਈਮੇਲ ਕਰਨ ਲੱਗ ਪਿਆ। ਦੂਜੇ ਦਿਨ ਮੈਂ ਸਾਰਾ ਦਿਨ ਡੋਰਸੀ ਤੇ ਲੀਜ਼ਾ ਬਾਰੇ ਸੋਚਦਾ ਰਿਹਾ। ਆਫਿਸ ਤੋਂ ਵਾਪਸੀ ਵੇਲੇ ਜਦ ਮੈਂ ਇੱਕ ਟ੍ਰੈਫਿਕ ਸਿਗਨਲ ਬੰਦ ਹੋਣ ਪਾਰੋਂ ਰੁਕਿਆ ਹੋਇਆ ਸਾਂ, ਗੰਦੇ ਪੈਰਾਂ ਵਾਲੀ ਕੁੜੀ ਮੇਰੇ ਸਾਹਮਣੇ ਹੱਥ ਵਧਾ ਕੇ ਖਲੋ ਗਈ। ਮੈਂ ਉਹਦੇ ਵੱਲ ਗੌਰ ਨਾਲ ਤੱਕਿਆ। ਇੱਕ ਪੇਂਡੂ ਤੇ ਮਾਸੂਮ ਚਿਹਰਾ, ਕੱਟੋ ਕੱਟਾ ਵਾਲ, ਸੀਨੇ ਤੋਂ ਫਟੀ ਹੋਈ ਕਮੀਜ਼ ਜਿਹਨੂੰ ਤਰੋਪੇ ਲੱਗੇ ਹੋਏ, ਦੁਪੱਟਾ ਵੀ ਥਾਂ ਤੋਂ ਫਟਿਆ ਹੋਇਆ। ਉਹ ਮੇਰੇ ਸਾਹਮਣੇ ਹੱਥ ਖਿਲਾਰ ਕੇ ਖਲੋ ਗਈ। ਮੈਂ ਉਹਦੇ ਪੈਰਾਂ ਵੱਲ ਤੱਕਿਆ। ਗੰਦੇ ਪੈਰ, ਜੁੱਤੀ ਨਾਲੋਂ ਵੀ ਗੰਦੇ ਪੈਰ। ਟ੍ਰੈਫਿਕ ਸਿਗਨਲ ਖੁੱਲਿਆ ਤੇ ਮੈਂ ਟੁਰ ਆਇਆ। ਘਰ ਆ ਕੇ ਖਾਣਾ ਖਾਣ ਤੋਂ ਬਾਅਦ ਮੈਂ ਥਕਾਵਟ ਦੂਰ ਕਰਨ ਲਈ ਲੰਮਾ ਪੈ ਗਿਆ। ਮੈਨੂੰ ਲੱਗਾ ਜਿਵੇਂ ਗੰਦੇ ਪੈਰ ਮੇਰੇ ਸੀਨੇ ਨਾਲ ਚਿੰਬੜ ਗਏ ਨੇ। ਕਿੰਨੀ ਬੋ ਆ ਰਹੀ ਸੀ ਉਹਨਾਂ ਤੋਂ। ਮੈਨੂੰ ਕਹਿ ਜੀ ਆਉਣ ਲੱਗੀ। ਬੀਵੀ ਤੋਂ ਚਾਹ ਬਣਵਾਈ ਤੇ ਕੰਪਿਊਟਰ ਤੇ ਜਾ ਬੈਠਾ। 1 ਘੰਟੇ ਤੋਂ ਬਾਅਦ ਲੀਜ਼ਾ ਮੇਰੇ ਇੰਤਜ਼ਾਰ ਵਿੱਚ ਆ ਗਈ। ਗੁੱਡ ਆਫਟਰਨੂਨ ਲਿਖ ਭੇਜਿਆ। ਮੈਂ ਵੀ ਜਵਾਬਨ ਇਹੋ ਹੀ ਲਿਖਿਆ। ਉਹ ਮੈਨੂੰ ਲਿਖਣ ਲੱਗੀ, ਅੱਜ ਮੈਨੂੰ ਡੋਰਸੀ ਖਾਬ ਵਿੱਚ ਮਿਲਿਆ ਸੀ। ਮੈਂ ਉਹਨੂੰ ਡ੍ਰੀਮੀ ਕਿਡ ਆਖ ਕੇ ਚੁੰਡੀ ਵੱਢੀ। ਜਦੋਂ ਮੈਂ ਉਹਨੂੰ ਡ੍ਰੀਮੀ ਕਿਡ ਆਖ ਕੇ ਚੁੰਡੀ ਵੱਢੀ, ਉਹ ਮੇਰੇ ਨਾਲ ਚਿੰਬੜ ਗਿਆ, ਮੇਰੇ ਬੁੱਲਾਂ ਨੂੰ ਚੁੰਮਿਆ, ਮੇਰੇ ਵਾਲਾਂ ਵਿੱਚ ਹੱਥ ਫੇਰਿਆ। ਉਹ ਆਖ ਰਿਹਾ ਸੀ, ਤੂੰ ਮੇਰੇ ਲਈ ਸਭ ਕੁਝ ਹੈ। ਮੇਰਾ ਵੀ ਜੀ ਕਰਦਾ ਹੈ ਮੈਂ ਡੋਰਸੀ ਕੋਲ ਚਲੀ ਜਾਵਾਂ। ਕਿਉਂ ਜੇ ਉਹ ਆਖਦਾ ਸੀ, ਮੈਨੂੰ ਮਾਰ ਦਿੱਤਾ ਗਿਆ ਹੈ, ਮੇਰੇ ਨਾਲ ਹੋਰ ਬੰਦਿਆਂ ਨੂੰ ਵੀ ਮਾਰਿਆ ਗਿਆ ਹੈ। ਇਹਦਾ ਫਾਇਦਾ ਕਿਹਨੂੰ ਹੋਇਆ? ਇਹ ਇਨਸਾਨ ਨਹੀਂ ਕੀਤਾ ਹੋਣਾ ਸਭ ਕੁਝ। ਲੀਜ਼ਾ ਨੇ ਕੁਝ ਦੇਰ ਬਾਅਦ ਲਿਖਿਆ, ਮੇਰਾ ਜੀ ਕਰਦਾ ਹੈ ਮੈਂ ਵੀ ਉਹਦੇ ਕੋਲ ਚਲੀ ਜਾਵਾਂ, ਸਾਡੀਆਂ ਰੂਹਾਂ ਦਾ ਮਿਲਾਪ ਹੋ ਜਾਏਗਾ। ਮੈਂ ਥੋੜੀ ਜਿਹੀ ਬਾਈਬਲ ਪੜ੍ਹੀ ਏ। ਮੇਰੀ ਗੱਲ ਸੁਣ ਕੇ ਉਹ ਫਿਰ ਲਿਖਣ ਲੱਗੀ, ਲੋਕੀ ਡੋਰਸੀ ਨੂੰ ਭੁੱਲ ਜਾਣਗੇ। ਡੋਰਸੀ ਵਰਗੇ ਹੋਰ ਵੀ ਮਰ ਗਏ, ਲੋਕੀ ਉਹਨਾਂ ਨੂੰ ਵੀ ਭੁੱਲ ਜਾਣਗੇ, ਪਰ ਮੈਂ ਡੋਰਸੀ ਨੂੰ ਨਹੀਂ ਭੁੱਲ ਸਕਦੀ। ਕੋਈ ਲੀਜ਼ਾ ਆਪਣੀ ਡੋਰਸੀ ਨੂੰ ਨਹੀਂ ਭੁੱਲੇਗੀ। ਤੈਨੂੰ ਪਤਾ ਹੈ ਮੈਂ ਖੁਸ਼ ਕਿਉਂ ਹਾਂ? ਆਪੇ ਹੀ ਖੁਸ਼ ਹੋ ਕੇ ਲੀਜ਼ਾ ਨੇ ਮੈਨੂੰ ਲਿਖਿਆ, ਨਹੀਂ ਪਤਾ ਤੂੰ ਕਿਉਂ ਖੁਸ਼ ਹੈ? ਮੈਂ ਅੱਜ ਹੁਣੇ ਹੀ ਡੋਰਸੀ ਕੋਲ ਜਾ ਰਹੀ ਹਾਂ। ਡੋਰਸੀ ਕੋਲ? ਉਹ ਕਿਸ ਤਰ੍ਹਾਂ? ਇਸ ਵੇਲੇ ਮੇਰੀ ਗੋਦ ਵਿੱਚ ਪਿਸਟਲ ਪਿਆ ਹੈ, ਜਿਵੇਂ ਰਾਤ ਨੂੰ ਬੇਸ਼ਰਮ ਡੋਰਸੀ ਲੰਮਾ ਪੈਂਦਾ ਸੀ। ਹਾ। ਉਹਨੇ ਲਿਖਿਆ, ਤੂੰ ਮਜ਼ਾਕ ਕਰ ਰਹੀ ਹੈ? ਮੇਰੇ ਵੱਸ ਵਿੱਚ ਕੁਝ ਨਹੀਂ। ਡੋਰਸੀ ਦੇ ਕਾਤਲ ਜਿਸ ਦੁਨੀਆ ਵਿੱਚ ਰਹਿੰਦੇ